ਹੈਲੋ ਵੈਲਕਮ ਟੂ ਆਲ ਆਫ ਯੂ। ਆਪਾਂ ਇਸ ਲੈਕਚਰ ਦੇ ਵਿੱਚ ਅਪ੍ਰੈਲ ਮੰਥ ਦੇ ਜਿਹੜੇ ਕਰੰਟ ਅਫੇਅਰਸ ਕਰਨ ਜਾ ਰਹੇ ਹਾਂ ਸਟੂਡੈਂਟਸ। ਇਹ ਜਿਹੜੇ ਕਰੰਟ ਅਫੇਅਰਸ ਆਉਣ ਵਾਲੇ ਪੰਜਾਬ ਗੌਰਮੈਂਟ ਦੇ ਹਰ ਇੱਕ ਐਗਜ਼ਾਮ ਦੇ ਲਈ ਯੂਜ਼ਫੁਲ ਹੋਣਗੇ, ਬੈਨੀਫੀਸ਼ੀਅਲ ਹੋਣਗੇ। ਠੀਕ ਹੈ ਜੀ। ਤਾਂ ਇਹਨਾਂ ਨੂੰ ਕਰੰਟ ਅਫੇਅਰਸ ਦੀ ਤੁਸੀਂ PDF ਅਗਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਦੀ PDF ਵੀ ਲੈ ਸਕਦੇ ਹੋ। ਤਾਂ ਆਪਾਂ ਸਟਾਰਟ ਕਰਦੇ ਹਾਂ ਫਸਟ ਕਰੰਟ ਅਫੇਅਰਸ ਤੋਂ। ਕਾਫੀ ਇੰਪੋਰਟੈਂਟ ਹੈ। ਡੇਜ਼ ਦੇ ਵਿੱਚੋਂ ਜਿਹੜੇ ਕੁਐਸਚਨਸ ਫਰੇਮ ਹੁੰਦੇ ਆ ਔਰ ਇਹ ਵਾਲਾ ਡੇ ਕਾਫੀ ਇੰਪੋਰਟੈਂਟ ਰਹੇਗਾ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਤਾਂ ਫਸਟ ਆਪਣੇ ਕੋਲ ਅਰਥ ਡੇ ਜਿਹੜਾ ਆਪਾਂ ਸੈਲੀਬ੍ਰੇਟ ਕੀਤਾ। ਅਰਥ ਡੇ ਕਦੋਂ ਸੈਲੀਬ੍ਰੇਟ ਕੀਤਾ? ਇਸ ਸਾਲ 22 ਅਪ੍ਰੈਲ ਨੂੰ, 22 ਅਪ੍ਰੈਲ। ਠੀਕ ਹੈ। ਇਹ ਜਿਹੜੀ ਆਪਾਂ ਅਰਥ ਡੇ ਸੈਲੀਬ੍ਰੇਟ ਕਰਕੇ ਆਏ ਹਾਂ ਹੁਣੇ ਤਾਂ ਇਹ ਜਿਹੜਾ ਅਰਥ ਡੇ ਕਿੰਨਵਾਂ ਸੀ? ਇਹਦੀ ਜਿਹੜੀ ਐਨੀਵਰਸਰੀ ਸੀ ਉਹ ਕਿੰਨਵੀਂ ਸੀ? 51st ਐਨੀਵਰਸਰੀ ਸੀ। ਇਹਦਾ ਜਿਹੜਾ ਥੀਮ ਕਾਫੀ ਇੰਪੋਰਟੈਂਟ ਰਹੇਗਾ ਪੇਪਰ ਪੁਆਇੰਟ ਆਫ ਵਿਊ ਨਾਲ। ਥੀਮ ਕੀ ਸੀ ਇਹਦਾ? ਰੀਸਟੋਰ ਆਵਰ ਅਰਥ। ਠੀਕ ਹੈ ਜੀ। ਇਹ ਜਿਹੜਾ ਕੀ ਹੈ ਅਰਥ ਡੇ ਕਾਫੀ ਪੁਰਾਣੇ ਸਮੇਂ ਤੋਂ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ, ਬਟ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਜਿਹੜਾ ਕੀ ਹੈ ਇੰਟਰਨੈਸ਼ਨਲ ਮਦਰ ਅਰਥ ਡੇ ਦੇ ਤੌਰ 'ਤੇ ਸੈਲੀਬ੍ਰੇਟ ਕਰਨਾ ਸਟਾਰਟ ਕੀਤਾ। ਕਦੋਂ ਸਟਾਰਟ ਕੀਤਾ ਸੀ? ਇਹ ਵੀ ਈਅਰ ਆਪਾਂ ਯਾਦ ਰੱਖਣਾ। ਯੂਨਾਈਟਿਡ ਨੇਸ਼ਨਸ ਦੇ ਵੱਲੋਂ ਇਹ 2019 ਦੇ ਵਿੱਚ ਸਟਾਰਟ ਹੋਇਆ ਸੀ। ਠੀਕ ਹੈ ਜੀ। ਤਾਂ ਨੈਕਸਟ ਕਰੰਟ ਅਫੇਅਰ 'ਤੇ ਆਪਾਂ ਮੂਵ ਕਰਦੇ ਹਾਂ। ਸੈਕਿੰਡ ਕਰੰਟ ਅਫੇਅਰ ਕੀ ਕਹਿੰਦਾ ਆਪਣੇ ਕੋਲ? ਦੇਖੋ ਇੱਕ ਨਾ ਡਿਜ਼ੀਜ਼ ਹੈ ਇਬੋਲਾ। ਇਬੋਲਾ ਇੱਕ ਵਾਇਰਸ ਹੈ ਅਤੇ ਇਬੋਲਾ ਵਾਇਰਸ ਦੇ ਨਾਲ ਜਿਹੜੀ ਡਿਜ਼ੀਜ਼ ਜਿਹੜੀ ਹੁੰਦੀ ਹੈ ਉਹ ਕਿਹੜੀ ਡਿਜ਼ੀਜ਼ ਦਾ ਨਾਮ ਵੀ ਕੀ ਹੈ? ਇਬੋਲਾ ਡਿਜ਼ੀਜ਼ ਹੀ ਹੈ। ਰੀਸੈਂਟਲੀ ਇਹਦੇ ਬਾਰੇ ਇੱਕ ਬਿਆਨ ਆਇਆ ਸੀ, ਕਹਿੰਦਾ ਕੋਂਗੋ, ਡੈਮੋਕ੍ਰੈਟਿਕ ਆਫ ਕੋਂਗੋ ਕੰਟਰੀ ਦਾ ਨਾਮ ਹੈ ਬੇਸਿਕਲੀ, ਡੈਮੋਕ੍ਰੈਟਿਕ ਆਫ ਕੋਂਗੋ। ਹਾਂਜੀ, ਕੰਟਰੀ ਦਾ ਨਾਮ ਹੈ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ। ਤਾਂ ਇਹਨਾਂ ਨੇ ਹੁਣੇ ਕੀ ਕਿਹਾ ਵੀ ਇਹਦੇ ਵਿੱਚ ਜਿਹੜਾ ਆਊਟਬ੍ਰੇਕ ਹੋਇਆ ਸੀ, ਇਹ ਡਿਜ਼ੀਜ਼ ਜਿਹੜੀ ਫੈਲੀ ਹੋਈ ਸੀ, ਇਹਦਾ ਜਿਹੜਾ 12th ਆਊਟਬ੍ਰੇਕ ਹੋਇਆ ਸੀ ਔਰ ਉਹ ਹੁਣੇ ਖਤਮ ਹੋਇਆ ਇਬੋਲਾ। ਤਾਂ ਇਬੋਲਾ ਡਿਜ਼ੀਜ਼ ਕਿਹਦੇ ਨਾਲ ਹੁੰਦੀ ਹੈ? ਇਬੋਲਾ ਵਾਇਰਸ ਨਾਲ ਹੀ ਹੁੰਦੀ ਹੈ। ਬਟ ਇਹ ਜਿਹੜੀ ਡਿਜ਼ੀਜ਼ ਹੈ ਨਾ ਹਜੇ ਤੱਕ ਫੈਲੀ ਹੋਈ ਹੈ ਕਿੱਥੇ? ਗਿਨੀਆਂ ਦੇ ਵਿੱਚ। ਠੀਕ ਹੈ। ਤਾਂ ਗਿਨੀਆਂ ਹਜੇ ਤੱਕ ਇਸ ਡਿਜ਼ੀਜ਼ ਦੇ ਨਾਲ ਲੜ ਰਿਹਾ ਹੈ। ਨੈਕਸਟ, ਇਬੋਲਾ ਵਾਇਰਸ ਡਿਜ਼ੀਜ਼ ਨੂੰ EVD ਬੋਲਦੇ ਆਪਾਂ। ਠੀਕ ਹੈ। ਇਹਦੇ ਨਾਲ ਇਹਨੂੰ ਅਗਰ ਇਬੋਲਾ ਨੂੰ ਬੇਸਿਕਲੀ ਜੇ ਦੇਖਣਾ ਹੋਵੇ ਇਹਦਾ ਸਾਇੰਟੀਫਿਕ ਨੇਮ ਜਾਂ ਫਾਰਮਲੀ ਇਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਇਬੋਲਾ ਹੈਮਰਹੈਜਿਕ ਫੀਵਰ। ਇਹਦੇ ਨਾਲ ਕੀ ਹੈ ਬੇਸਿਕਲੀ ਫੀਵਰ ਹੋ ਜਾਂਦਾ ਹੈ। ਇਹ ਫੀਵਰ ਕੀ ਹੈ ਦਿਮਾਗ ਤੱਕ ਪਹੁੰਚ ਜਾਂਦਾ, ਸਿਰ ਨੂੰ ਫੀਵਰ ਚੜ੍ਹ ਜਾਂਦਾ। ਤਾਂ ਉਹਦੇ ਕਰਕੇ ਕੀ ਹੈ ਪਰਸਨਸ ਦੀ ਜਿਹੜੀ ਡੈਥ ਵੀ ਹੋ ਜਾਂਦੀ ਹੈ। ਇਹ ਜਿਹੜਾ ਇਬੋਲਾ ਵਾਇਰਸ ਹੈ ਕਿਹਦੇ ਨਾਲ ਟਰਾਂਸਮਿਟ ਹੁੰਦਾ? ਇਹ ਵਾਈਲਡ ਐਨੀਮਲਸ ਨਾਲ ਟਰਾਂਸਮਿਟ ਹੋ ਜਾਂਦਾ। ਠੀਕ ਹੈ। ਸਪਰੈਡ ਹੋ ਜਾਂਦਾ, ਹਿਊਮਨ ਟੂ ਹਿਊਮਨ ਵੀ ਇਹ ਸਪਰੈਡਿੰਗ ਹੁੰਦੀ ਹੈ। ਤਾਂ ਇਹ ਇਬੋਲਾ ਸੀ। ਨੈਕਸਟ ਆਪਾਂ ਕਰੰਟ ਅਫੇਅਰਸ 'ਤੇ ਮੂਵ ਕਰਦੇ ਹਾਂ। ਥਰਡ ਮੋਸਟ ਇੰਪੋਰਟੈਂਟ, ਮਾਈਕਲ ਕੋਲਿੰਸ ਨਾਮ ਦੇ ਪਰਸਨ ਦੇ ਐਸਟਰੋਨੋਟ ਸੀ ਇਹ। ਇਹਦੀ ਹੁਣੇ ਡੈਥ ਹੋਈ ਹੈ। ਕੌਣ ਸੀ ਇਸ ਪਰਸਨ ਬਾਰੇ ਆਪਾਂ ਜਾਣਦੇ ਹਾਂ। ਤਾਂ ਦੇਖੋ ਇੱਕ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਕੰਟਰੀ ਦੇ ਨਾਲ ਬਿਲੋਂਗ ਕਰਦੇ ਸੀ ਇਹ ਮਾਈਕਲ ਕੋਲਿੰਸ। ਕਿਹੜੀ ਕੰਟਰੀ ਦੇ ਨਾਲ? ਅਮੈਰੀਕਨ ਐਸਟਰੋਨੋਟ ਸੀ। ਠੀਕ ਹੈ ਜੀ। ਤਾਂ ਇਹ ਪਰਸਨ, ਇਹ ਐਸਟਰੋਨੋਟ, ਇਹ ਪਾਇਲਟ ਰਹਿ ਚੁੱਕੇ ਆ। ਤੁਸੀਂ ਇੱਕ ਮਿਸ਼ਨ ਦਾ ਨਾਮ ਸੁਣਿਆ ਹੋਣਾ। ਮਿਸ਼ਨ ਦਾ ਨਾਮ ਕੀ ਸੀ? ਅਪੋਲੋ 11। ਦੇਖੋ ਲਿਖਿਆ ਵੀ ਹੋਇਆ। ਠੀਕ ਹੈ। ਅਪੋਲੋ 11। ਇਸ ਮਿਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਰੋਲ ਸੀ ਉਹ ਇੱਕ ਪਾਇਲਟ ਦੇ ਤੌਰ 'ਤੇ ਸੀ। ਇਹਨਾਂ ਨੂੰ ਇੱਕ ਟਾਈਟਲ ਵੀ ਦਿੱਤਾ ਗਿਆ ਜਿਹੜਾ ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ। ਹੁਣ ਹੈ ਕੌਣ ਸੀ? ਅਪੋਲੋ 11 ਜਿਹੜਾ ਮਿਸ਼ਨ ਭੇਜਿਆ ਗਿਆ ਸੀ ਮੂਨ ਦੇ ਉੱਪਰ ਭੇਜਿਆ ਗਿਆ ਸੀ। ਯਾਦ ਰੱਖਣਾ, ਚੰਦਰਮਾ ਦੇ ਉੱਪਰ ਇਹ ਫਸਟ ਮਿਸ਼ਨ ਆਪਣਾ ਭੇਜਿਆ ਗਿਆ ਸੀ ਚੰਦਰਮਾ ਦੇ ਉੱਪਰ। ਠੀਕ ਹੈ। ਫਸਟ ਮੂਨ ਮਿਸ਼ਨ ਸੀ। ਕਿਹਦੇ ਵੱਲੋਂ ਭੇਜਿਆ ਗਿਆ ਸੀ? USA ਵੱਲੋਂ ਭੇਜਿਆ ਗਿਆ ਸੀ ਫਸਟ ਮੂਨ ਮਿਸ਼ਨ ਅਪੋਲੋ 11। ਇਸ ਮਿਸ਼ਨ ਦੇ ਵਿੱਚ ਇਹ ਥਰਡ ਪਾਇਲਟ ਸੀ। ਮਤਲਬ 2 ਪਰਸਨ ਤਾਂ ਮੂਨ ਦੇ ਉੱਪਰ ਜਿਨ੍ਹਾਂ ਨੇ ਪੈਰ ਰੱਖਿਆ ਸੀ ਉਹਨਾਂ ਦੇ ਨਾਮ, ਇੱਕ ਤਾਂ ਤੁਸੀਂ ਨਾਮ ਸੁਣਿਆ ਹੋਣਾ ਨੀਲ ਆਰਮਸਟਰੋਂਗ ਦਾ। ਦੂਸਰੇ ਪਰਸਨ ਦਾ ਨਾਮ ਕੀ ਸੀ? ਦੇਖੋ ਇੱਥੇ ਬਜ਼ ਐਲਡਰਿਨ। ਨੀਲ ਆਰਮਸਟਰੋਂਗ ਐਂਡ ਬਜ਼ ਐਲਡਰਿਨ। ਠੀਕ ਹੈ। 2 ਪਰਸਨ ਸੀ। ਇਹ 2 ਪਰਸਨ ਤਾਂ ਕੀ ਆਪਦੇ ਜਿਹੜੇ ਬੇਸਿਕਲੀ ਪਲੇਨ ਦੇ ਵਿੱਚੋਂ ਨਿਕਲ ਕੇ ਬਾਹਰ ਗਏ ਸੀ, ਇਹਨਾਂ ਨੇ ਪੈਰ ਰੱਖਿਆ ਸੀ। ਬਟ ਜਿਹੜੇ ਮਾਈਕਲ ਕੋਲਿੰਸ ਸੀ ਇਹ ਥਰਡ ਪਾਇਲਟ ਸੀ, ਇਹ ਆਪਦੇ ਜਹਾਜ਼ ਦੇ ਵਿੱਚ ਹੀ ਰਹੇ ਸੀ। ਠੀਕ ਹੈ।
ਇਹਨਾਂ ਨੂੰ ਇੱਕ ਟਾਈਟਲ ਦਿੱਤਾ ਗਿਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਟਾਈਟਲ ਦਾ ਨਾਮ ਕੀ ਹੈ ਇਹਨਾਂ ਨੂੰ? ਜਿਹੜਾ ਟਾਈਟਲ ਦਾ ਨਾਮ ਦਿੱਤਾ ਗਿਆ ਜਾਂ ਟਾਈਟਲ ਦਿੱਤਾ ਗਿਆ, ਫੋਰਗੋਟਨ ਥਰਡ ਐਸਟਰੋਨੌਟ। ਫੋਰਗੋਟਨ ਐਸਟਰੋਨੌਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹਨਾਂ ਨੂੰ, ਜਾਂ ਫੋਰਗੋਟਨ ਥਰਡ ਐਸਟਰੋਨੌਟ। ਮਤਲਬ ਇਹ ਹੈਗੇ ਉਸ ਮਿਸ਼ਨ ਦੇ ਵਿੱਚ ਹੀ ਸੀ, ਬਟ ਇਹਨਾਂ ਦਾ ਨਾਮ ਆਪਾਂ ਨਹੀਂ ਲੈਂਦੇ, ਆਪਾਂ 2 ਪਰਸਨਸ ਦਾ ਨਾਮ ਹੀ ਲੈਂਦੇ ਹਾਂ, ਬਜ਼ ਐਲਡਰਿਨ ਐਂਡ ਨੀਲ ਆਰਮਸਟਰੋਂਗ। ਠੀਕ ਹੈ। ਹਾਂਜੀ, ਇਹਨਾਂ ਨੇ ਇੱਕ ਆਪਦੀ ਆਟੋਬਾਇਓਗ੍ਰਾਫੀ ਲਿਖੀ ਆ। ਹੁਣ ਕੁਐਸਚਨਸ ਆਪਣੇ ਪੰਜਾਬ ਗੌਰਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨਸ ਆ ਜਾਂਦੇ ਆ, ਜਿਹੜੇ ਵੀ ਪਰਸਨ ਨਿਊਜ਼ ਦੇ ਵਿੱਚ ਹੋਣਗੇ ਤਾਂ ਉਹਨਾਂ ਦੇ ਨਾਲ ਰਿਲੇਟਿਡ ਕੁਝ ਕੁ ਆਪਾਂ ਨੂੰ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ। ਜਿਵੇਂ ਇਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਕੀ ਸੀ? ਕੈਰਿੰਗ ਦਾ ਫਾਇਰ। ਠੀਕ ਹੈ ਜੀ, ਯਾਦ ਰੱਖਣਾ, ਕੈਰਿੰਗ ਦਾ ਫਾਇਰ ਇਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਸੀ। ਇਹਨਾਂ ਦਾ ਜਿਹੜਾ ਫਸਟ ਮਿਸ਼ਨ ਸੀ ਬੇਸਿਕਲੀ ਉਹ ਜਿਹੜਾ ਵॉइस ਮਿਸ਼ਨ ਸੀ, ਇਹਨਾਂ ਦਾ ਫਸਟ ਮਿਸ਼ਨ ਕਿਹੜਾ ਸੀ? ਆਪਦੀ ਲਾਈਫ ਦਾ ਜੈਮਿਨੀ ਐਕਸ। ਜੈਮਿਨੀ ਐਕਸ ਇਹਨਾਂ ਦਾ ਫਸਟ ਮਿਸ਼ਨ ਸੀ। ਠੀਕ ਹੈ ਜੀ। ਹੁਣ ਅਪੋਲੋ 11 ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ, ਤਾਂ ਇੱਥੇ ਇਨਫੋਰਮੇਸ਼ਨ ਦਿੱਤੀ ਹੋਈ ਹੈ, ਇਹ PDF ਦੇ ਵਿੱਚ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਅਪੋਲੋ 11 ਬਾਰੇ। ਤਾਂ ਨੈਕਸਟ ਕਰੰਟ ਅਫੇਅਰ 'ਤੇ ਆਪਾਂ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਕਰੰਟ ਅਫੇਅਰ ਕੀ ਹੈ? ਨਾਟੋ ਮਿਲਟਰੀ ਐਕਸਰਸਾਈਜ਼ਿਸ। ਨਾਟੋ ਨੇ ਆਪਦੀ ਮਿਲਟਰੀ ਐਕਸਰਸਾਈਜ਼ਿਸ ਲਾਂਚ ਕੀਤੀ ਹੈ। ਇਹਦਾ ਨਾਮ ਆਪਾਂ ਦੱਸਣਾ ਕੀ ਹੈ। ਨਾਟੋ ਦੀ ਫੁੱਲ ਫਾਰਮ ਕੀ ਹੈ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਤੁਹਾਨੂੰ ਨਾਟੋ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਪਤਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣਾ ਹੈ ਨਾਟੋ ਕੀ ਚੀਜ਼ ਹੈ। ਠੀਕ ਹੈ, ਤਾਂ ਇਹਨਾਂ ਨੇ ਹੁਣੇ ਮਿਲਟਰੀ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਲਾਂਚ ਕੀਤੀ ਹੈ। ਕਿੱਥੇ ਲਾਂਚ ਕੀਤੀ ਗਈ ਹੈ? ਇਹ ਅਲਬਾਨੀਆ ਦੇ ਵਿੱਚ। ਤਾਂ ਇਹ ਵੀ ਯਾਦ ਰੱਖਣਾ, ਅਲਬਾਨੀਆ। ਮਿਲਟਰੀ ਐਕਸਰਸਾਈਜ਼ ਦਾ ਨਾਮ ਕੀ ਹੈ? ਡਿਫੈਂਡਰ ਯੂਰਪ 21। ਡਿਫੈਂਡਰ ਯੂਰਪ 21 ਇਹਨਾਂ ਦੀ ਮਿਲਟਰੀ ਐਕਸਰਸਾਈਜ਼ ਦਾ ਨਾਮ ਹੈ। ਨੈਕਸਟ ਆਪਾਂ ਚੱਲਦੇ ਹਾਂ 5th ਕਰੰਟ ਅਫੇਅਰਸ ਦੇ ਉੱਪਰ। ਨੈਟ ਜ਼ੀਰੋ ਪ੍ਰੋਡਿਊਸਰ ਫੋਰਮ। ਦੇਖੋ ਆਪਣੇ ਹੁਣ ਆਸ-ਪਾਸ ਨਾ ਕੁਝ ਕੁ ਚੀਜ਼ਾਂ ਜਿਹੜੀਆਂ ਨਿਊਜ਼ ਦੇ ਵਿੱਚ ਕਾਫੀ ਰਹਿੰਦੀਆਂ। ਫਸਟ ਆਫ ਆਲ ਆਪਣੇ ਐਨਵਾਇਰਨਮੈਂਟ ਨੂੰ ਲੈ ਕੇ, ਸੈਕਿੰਡ ਚੀਜ਼ ਆਪਾਂ ਜਿਹੜੇ ਮਿਸ਼ਨ ਭੇਜ ਰਹੇ ਹਾਂ, ਸਪੇਸ ਮਿਸ਼ਨ ਭੇਜ ਰਹੇ ਹਾਂ। ਠੀਕ ਹੈ, ਤਾਂ ਇਹਨਾਂ ਦੇ ਨਾਲ ਰਿਲੇਟਿਡ ਕਰੰਟ ਅਫੇਅਰਸ ਤੁਸੀਂ ਐਕਸਪੈਕਟ ਕਰ ਸਕਦੇ ਹੋ ਆਪਣੇ ਪੇਪਰਾਂ ਦੇ ਵਿੱਚ ਵੀ। ਪੰਜਾਬ ਗੌਰਮੈਂਟ ਜਿਹੜੇ ਵੀ ਅਪਕਮਿੰਗ ਪੇਪਰ ਲੈਣ ਜਾ ਰਹੀ ਹੈ। ਠੀਕ ਹੈ, ਤਾਂ ਨੈਟ ਜ਼ੀਰੋ ਪ੍ਰੋਡਿਊਸਰ ਫੋਰਮ ਕੀ ਹੈ, ਹੁਣ ਇਹਦੇ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਦੇਖੋ ਆਪਣੇ ਜਿਹੜੇ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ ਕੰਟਰੀਜ਼ ਇਹ ਕਹਿ ਰਹੀਆਂ ਵੀ ਅਸੀਂ 2050 ਦੇ ਨੀਅਰ ਅਬਾਊਟ ਜਾ ਕੇ, ਮਤਲਬ ਮਿਡ ਆਫ ਦਿਸ ਸੈਂਚੁਰੀ 2050 ਦੇ ਆਸ-ਪਾਸ ਜਾ ਕੇ ਅਸੀਂ ਨੈਟ ਜ਼ੀਰੋ ਕਾਰਬਨ ਅਮਿਟ ਕਰਾਂਗੇ। ਮਤਲਬ ਇਹਦਾ ਮਤਲਬ ਕੀ ਹੈ ਵੀ ਜਿਹੜਾ ਕਾਰਬਨ ਅਮਿਸ਼ਨ, ਜਿਹੜਾ ਆਪਣਾ ਪੋਲਿਊਸ਼ਨ ਹੋ ਰਿਹਾ, ਉਹ 2050 ਤੱਕ ਜਿੰਨਾ ਉਹ ਪੋਲਿਊਸ਼ਨ ਕ੍ਰੀਏਟ ਕਰ ਰਹੀਆਂ ਕਾਰਬਨ ਦੇ ਰਿਗਾਰਡਿੰਗ, ਓਨਾ ਹੀ ਉਹ ਪੋਲਿਊਸ਼ਨ ਹੁਣ ਉਹਨੂੰ ਅਬਜ਼ੋਰਬ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਮਤਲਬ ਆਪਦੇ ਕੋਲ ਐਨਟਰੈਪ ਕਰਕੇ ਰੱਖਣਗੀਆਂ ਤਾਂ ਕਿ ਜਿੰਨਾ ਉਹ ਬਾਹਰ ਕੱਢਣ ਓਨੀਆਂ ਹੀ ਉਹ ਉਹਨੂੰ ਅਬਜ਼ੋਰਬ ਕਰ ਲਵੇ। ਤਾਂ ਹੁਣੇ ਨਿਊਜ਼ ਕੀ ਆਈ ਹੈ, ਇੱਕ ਫੋਰਮ ਨੂੰ ਰੀਸੈਂਟਲੀ ਬੇਸਿਕਲੀ ਅਨਾਊਂਸ ਕੀਤਾ ਗਿਆ। ਕਿੰਨੇ? ਸਾਊਦੀ ਅਰੇਬੀਆ ਨੇ ਇਹ ਚੀਜ਼ ਅਨਾਊਂਸ ਕੀਤੀ ਹੈ ਕਿ ਉਹ ਕੈਨੇਡਾ, US, ਨਾਰਵੇ ਵਰਗੀਆਂ ਕੰਟਰੀਜ਼ ਨੂੰ ਜੁਆਇਨ ਕਰੂਗਾ। ਕਾਹਦੇ ਨਾਲ ਰਿਲੇਟਿਡ? ਨੈਟ ਜ਼ੀਰੋ ਪ੍ਰੋਡਿਊਸਰ ਫੋਰਮ ਬਣੇਗਾ। ਠੀਕ ਹੈ, ਮਤਲਬ ਨੈਟ ਜ਼ੀਰੋ ਇਹ ਜਿਹੜਾ ਆਪਦੀਆਂ ਐਨਵਾਇਰਨਮੈਂਟ ਦੇ ਵਿੱਚ ਐਮਿਸ਼ਨਸ ਐਮਿਟ ਕਰੇਗਾ। ਹੁਣ ਇਹ ਜਿਹੜਾ ਫੋਰਮ ਹੈ ਬੇਸਿਕਲੀ ਇਹ ਕੰਮ ਕੀ ਕਰਦਾ ਹੈ, ਕਾਹਦੇ ਲਈ ਬਣਾਇਆ ਗਿਆ ਸੀ? ਜਿਹੜੀਆਂ ਆਪਣੇ ਕੋਲ ਆਇਲ ਐਂਡ ਗੈਸ ਪ੍ਰੋਡਿਊਸਰਸ ਹੈਗੇ ਆ, ਹੈ ਨਾ, ਉਹ ਇਸ ਜਿਹੜਾ ਆਪਣਾ ਪਿੱਛੇ ਆਪਾਂ ਪੈਰਿਸ ਕਲਾਈਮੇਟ ਐਗਰੀਮੈਂਟ ਸਾਈਨ ਕੀਤਾ ਗਿਆ, ਤਾਂ ਪੈਰਿਸ ਕਲਾਈਮੇਟ ਐਗਰੀਮੈਂਟ ਨੂੰ ਇੰਪਲੀਮੈਂਟ ਕਰਨ ਦੇ ਲਈ, ਉਹਨੂੰ ਲੈ ਕੇ ਆਉਣ ਲਈ, ਉਹਦੇ ਜਿਹੜੇ ਬੇਸਿਕਲੀ ਮੋਟਿਵਸ ਰੱਖੇ ਗਏ ਆ ਉਹਨੂੰ ਅਚੀਵ ਕਰਨ ਦੇ ਲਈ ਆਪਾਂ ਕੀ ਕਰ ਰਹੇ ਹਾਂ? ਆਪਾਂ ਨੈਟ ਜ਼ੀਰੋ ਕਾਰਬਨ ਐਮਿਸ਼ਨ ਵੱਲ ਮੂਵ ਕਰ ਰਹੇ ਹਾਂ। ਠੀਕ ਹੈ, ਤਾਂ ਹੁਣ ਪੈਰਿਸ ਕਲਾਈਮੇਟ ਐਗਰੀਮੈਂਟ ਕੀ ਸੀ ਆਪਣੇ ਕੋਲ, ਇਹਦੇ ਬਾਰੇ ਵੀ ਦੇਖ ਲੈਂਦੇ ਹਾਂ ਆਪਾਂ। ਤਾਂ ਪੈਰਿਸ ਕਲਾਈਮੇਟ ਐਗਰੀਮੈਂਟ ਕੀ ਹੈ? COP21 ਕੀ ਇੱਕ ਮੀਟਿੰਗ ਹੋਈ ਸੀ, ਕਿੱਥੇ? ਪੈਰਿਸ ਦੇ ਵਿੱਚ ਹੀ, ਕਿਉਂਕਿ ਪੈਰਿਸ ਐਗਰੀਮੈਂਟ ਨਾਮ ਹੀ ਇੱਥੋਂ ਬਣਿਆ, ਪੈਰਿਸ ਤੋਂ। ਹੁਣ ਇਹ ਮੀਟਿੰਗ ਕਿਹਦੀ ਹੋਈ ਸੀ? UNFCCC। ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ, UNFCCC। ਠੀਕ ਹੈ ਜੀ, ਤਾਂ UNFCCC ਨੇ ਆਪਦੀ 21st ਮੀਟਿੰਗ ਕੀਤੀ ਸੀ, ਕਿੱਥੇ? ਪੈਰਿਸ ਦੇ ਵਿੱਚ। ਇਹਦੇ ਵਿੱਚ ਕੁਝ ਕੁ ਟਾਰਗੇਟ ਰੱਖੇ ਗਏ ਸੀ। ਇਹਨਾਂ ਨੇ ਕਿਹਾ ਸੀ ਕਿ ਆਪਾਂ ਗਲੋਬਲ ਵਾਰਮਿੰਗ ਨੂੰ ਘੱਟ ਕਰਨਾ। ਕਿੱਥੇ? ਜਾਂ ਤਾਂ ਆਪਾਂ ਦੇਖੋ ਇਹਦੇ ਵਿੱਚ 2 ਚੀਜ਼ਾਂ ਆਪਾਂ ਸਮਝਣੀਆਂ। ਇਹਨਾਂ ਨੇ ਕਿਹਾ ਸੀ ਕਿ ਅਸੀਂ 2 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਵਧਣ ਦੇਣਾ, ਔਰ ਪ੍ਰੈਫਰੇਬਲੀ ਮਤਲਬ ਅਸੀਂ ਜ਼ਿਆਦਾ ਪ੍ਰੈਫਰ ਕੀ ਕਰਾਂਗੇ ਕਿ 1.5 ਡਿਗਰੀ ਸੈਲਸੀਅਸ ਨੂੰ ਤੱਕ ਹੀ ਆਪਣਾ ਜਿਹੜਾ ਗਲੋਬਲ ਵਾਰਮਿੰਗ ਹੋਵੇ, ਇਸ ਤੋਂ ਜ਼ਿਆਦਾ ਨਾ ਆਪਾਂ ਕਰੀਏ। ਠੀਕ ਹੈ ਜੀ, ਤਾਂ ਇਹ ਪੈਰਿਸ ਕਲਾਈਮੇਟ ਐਗਰੀਮੈਂਟ ਸੀ।
ਕਦੋਂ ਸਾਈਨ ਕੀਤਾ ਗਿਆ ਸੀ ਇਹ 2015 ਦੇ ਵਿੱਚ, ਤੇ ਇਹਨੂੰ ਲਾਗੂ ਕਦੋਂ ਕੀਤਾ ਗਿਆ ਸੀ ਕੇਮ ਇਨਟੂ ਫੋਰਸ 2016 ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਸੀ। ਠੀਕ ਹੈ, ਤਾਂ ਇਹ ਆਪਣੇ ਕੋਲ ਪੈਰਿਸ ਕਲਾਈਮੇਟ ਐਗਰੀਮੈਂਟ ਸੀ। ਨੈਕਸਟ ਆਪਾਂ ਕਰੰਟ ਅਫੇਅਰ ਤੇ ਮੂਵ ਕਰ ਰਹੇ ਹਾਂ, ਕਾਫੀ ਇੰਪੋਰਟੈਂਟ ਹੈ। ਜਾਪਾਨ ਨੇ ਇੱਕ ਆਪਦਾ ਅਵਾਰਡ ਦਿੱਤਾ ਹੈ ਜਿਹਨੂੰ ਆਪਾਂ ਜਾਪਾਨਸ ਆਰਡਰ ਆਫ ਰਾਈਜ਼ਿੰਗ ਸਨ ਦੇ ਨਾਮ ਨਾਲ ਜਾਣਦੇ ਹਾਂ। ਮਤਲਬ ਇਹ ਅਵਾਰਡ ਦਾ ਨਾਮ ਹੈ, ਕਿਹਨੂੰ ਦਿੱਤਾ ਗਿਆ? ਹੁਣ ਇਹ ਦੇਖੋ, ਜਿਹੜਾ ਟੀਚਰ ਹੈ ਉਹ ਬੇਸਿਕਲੀ ਇੱਕ ਇੰਡੀਅਨ ਟੀਚਰ ਹੈ, ਬਟ ਉਹ ਜਾਪਾਨ ਦੇ ਵਿੱਚ ਟੀਚ ਕਰ ਰਿਹਾ ਹੈ। ਠੀਕ ਹੈ, ਤਾਂ ਇੰਡੀਆ ਦੇ ਵਿੱਚ ਕਿੱਥੋਂ ਦਾ ਟੀਚਰ ਹੈ? ਇਹ ਬੈਂਗਲੁਰੂ ਟੀਚਰ ਹੈ, ਜਾਪਾਨ ਦੇ ਵਿੱਚ ਇਹ ਟੀਚ ਕਰ ਰਿਹਾ ਪਰਸਨ, ਤਾਂ ਇਹਨੂੰ ਜਾਪਾਨ ਦਾ ਆਰਡਰ ਆਫ ਰਾਈਜ਼ਿੰਗ ਸਨ ਓਨਰ ਦੇ ਨਾਮ ਨਾਲ ਕੀ ਹੈ ਅਵਾਰਡ ਦਿੱਤਾ ਗਿਆ। ਪਰਸਨ ਦਾ ਨਾਮ ਕੀ ਹੈ? ਸ਼ਿਆਮਲਾ ਗਣੇਸ਼। ਠੀਕ ਹੈ ਜੀ, ਪਰਸਨ ਦਾ ਨਾਮ ਵੀ ਤੁਸੀਂ ਯਾਦ ਰੱਖਣਾ। ਬੈਂਗਲੁਰੂ ਦੇ ਵਿੱਚ, ਬੈਂਗਲੁਰੂ ਬੇਸਡ ਇਹ ਟੀਚਰ ਹੈ ਤੇ ਜਾਪਾਨ ਦੇ ਵਿੱਚ ਇਹ ਟੀਚ ਕਰ ਰਿਹਾ। ਠੀਕ ਹੈ, ਨੈਕਸਟ ਆਪਾਂ ਚੱਲਦੇ ਹਾਂ 7th, ਗਲੋਬਲ ਇਲੈਕਟ੍ਰਿਕ ਵਹੀਕਲ ਆਊਟਲੁੱਕ। ਦੇਖੋ, ਇੱਕ ਰਿਪੋਰਟ ਜਿਹੜੀ ਪਬਲਿਸ਼ ਕੀਤੀ ਗਈ ਹੈ ਗਲੋਬਲ ਇਲੈਕਟ੍ਰਿਕ ਵਹੀਕਲ। ਹੁਣ ਦੇਖੋ ਉਹੀ ਚੀਜ਼ ਆ ਗਈ, ਆਪਾਂ ਐਨਵਾਇਰਨਮੈਂਟ ਦੇ ਪਰਸਪੈਕਟਿਵ ਦੇ ਵਿਊ ਵਿੱਚ ਗੱਲ ਕਰ ਰਹੇ ਹਾਂ, ਤਾਂ ਇਲੈਕਟ੍ਰਿਕ ਵਹੀਕਲ ਵੀ ਐਨਵਾਇਰਨਮੈਂਟ ਪਰਸਪੈਕਟਿਵ ਦੇ ਨਾਲ ਆਪਾਂ ਨੂੰ ਕੀ ਪੋਲਿਊਸ਼ਨ ਘੱਟ ਕ੍ਰੀਏਟ ਕਰਨ ਦੇ ਲਈ ਬਣਾਈ ਗਈ ਹੈ। ਹੁਣ ਇਹਦੇ ਨਾਲ ਰਿਲੇਟਿਡ ਇੱਕ ਜਿਹੜੀ ਰਿਪੋਰਟ ਪਬਲਿਸ਼ ਕੀਤੀ ਗਈ ਹੈ ਜਿਹਨੂੰ ਆਪਾਂ ਗਲੋਬਲ ਇਲੈਕਟ੍ਰਿਕ ਵਹੀਕਲ ਆਊਟਲੁੱਕ ਕਹਿੰਦੇ ਹਾਂ 2021 ਦੀ। ਰੀਸੈਂਟਲੀ ਇਹ ਕਿੰਨੇ ਪਬਲਿਸ਼ ਕੀਤੀ ਹੈ ਜਾਂ ਲਾਂਚ ਕਿੰਨੇ ਕੀਤੀ ਹੈ? ਇੰਟਰਨੈਸ਼ਨਲ ਐਨਰਜੀ ਏਜੰਸੀ। ਦੇਖੋ ਤੁਸੀਂ ਆ ਦੇਖ ਸਕਦੇ ਹੋ, ਇਹਨੂੰ ਇਨ ਸ਼ੋਰਟ ਵਿੱਚ IEA ਆਪਾਂ ਬੋਲਦੇ ਹਾਂ। ਹਾਂਜੀ, ਤੁਹਾਨੂੰ ਇਹਦੇ ਹੈੱਡਕੁਆਟਰ ਪਤਾ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਇਹਦੇ ਹੈੱਡਕੁਆਟਰ ਜ਼ਰੂਰ ਦੱਸਿਓ ਹੁਣੇ। ਨੈਕਸਟ ਆਪਾਂ ਚੱਲਦੇ ਹਾਂ ਅਗਲੇ ਕਰੰਟ ਅਫੇਅਰਸ ਤੇ। 8th, SpaceX Falcon 9। ਬੇਸਿਕਲੀ ਇਹ ਰੌਕਟ ਹੈ ਫਾਲਕਨ 9, ਕਿਹੜੀ ਕੰਪਨੀ ਦਾ? SpaceX ਕੰਪਨੀ ਦਾ। ਇਹ ਵੀ ਚੀਜ਼ ਯਾਦ ਰੱਖਣੀ ਹੈ। ਇਹਨਾਂ ਨੇ ਹੁਣੇ ਸੈਟੇਲਾਈਟਸ ਲਾਂਚ ਕੀਤੀਆਂ, ਫਾਲਕਨ 9 ਰੌਕਟ ਤੋਂ ਸੈਟੇਲਾਈਟਸ ਲਾਂਚ ਕੀਤੀਆਂ ਗਈਆਂ। ਇਹ ਸੈਟੇਲਾਈਟਸ ਕਿਹੜੇ ਮਿਸ਼ਨ ਦੇ ਅੰਡਰ ਜਿਹੜੀਆਂ ਲਾਂਚ ਕੀਤੀਆਂ ਗਈਆਂ? ਸਟਾਰਲਿੰਕ ਮਿਸ਼ਨ ਦੇ ਅੰਡਰ ਇਹ ਲਾਂਚ ਕੀਤੀਆਂ ਗਈਆਂ। ਹੁਣ ਸਟਾਰਲਿੰਕ ਕੀ ਹੈ? ਬੇਸਿਕਲੀ ਸਟਾਰਲਿੰਕ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆ ਮੰਨ ਲਓ ਆਪਣੀ ਅਰਥ ਹੈ, ਅਰਥ ਦੇ ਉੱਪਰ ਆਪਾਂ ਇੰਟਰਨੈਟ ਦੀ ਸੁਵਿਧਾ ਲੈਣ ਦੇ ਲਈ ਆਪਾਂ ਨੂੰ ਕੀ ਹੈ ਟਾਵਰਸ ਵਗੈਰਾ ਲਾਉਣੇ ਪੈਂਦੇ ਆ, ਕੇਬਲਸ ਵਗੈਰਾ ਵਿਛਾਉਣੀਆਂ ਪੈਂਦੀਆਂ ਹੈ ਨਾ। ਤਾਂ ਹੁਣ ਸਟਾਰਲਿੰਕ ਕੀ ਪ੍ਰੋਜੈਕਟ ਹੈ? ਇਹ ਕੀ ਕਹਿੰਦੇ ਆ ਵੀ ਅਸੀਂ ਅਰਥ ਦੇ ਆਸ-ਪਾਸ ਹੀ ਸੈਟੇਲਾਈਟਸ ਦਾ ਇੱਕ ਜਾਲ ਬਣਾ ਦਾਂਗੇ। ਇਸ ਤਰ੍ਹਾਂ ਸੈਟੇਲਾਈਟਸ ਦਾ ਇੱਕ ਆਸੇ-ਪਾਸੇ ਜਾਲ ਵਿਛਾ ਦਾਂਗੇ ਤਾਂ ਕਿ ਆਪਾਂ ਨੂੰ ਅਰਥ ਦੇ ਉੱਪਰ ਟਾਵਰਸ ਵਗੈਰਾ ਘੱਟ ਲਗਾਉਣੇ ਪੈਣ। ਤਾਂ ਸੈਟੇਲਾਈਟਸ ਸਾਰੀਆਂ ਇੱਥੇ ਲਗਾ ਰਹੇ ਹਾਂ ਹੁਣੇ ਆਪਾਂ। ਤਾਂ SpaceX ਕੰਪਨੀ ਦਾ ਫਾਲਕਨ 9 ਇਹਨੇ ਆਪਦੀਆਂ ਹੁਣੇ 60 ਜਿਹੜੀਆਂ ਸੈਟੇਲਾਈਟਸ ਲਾਂਚ ਕੀਤੀਆਂ। ਠੀਕ ਹੈ, ਨੈਕਸਟ 9th, ਹਾਂਜੀ ਇਹ ਵੀ ਕਾਫੀ ਇੰਪੋਰਟੈਂਟ ਹੈ। ਨੈਸ਼ਨਲ ਕਮਿਸ਼ਨ ਫॉर ਵੂਮੈਨ NCW, ਇਹਨਾਂ ਨੇ ਇੱਕ WhatsApp ਨੰਬਰ ਲਾਂਚ ਕੀਤਾ ਹੁਣੇ। WhatsApp ਨੰਬਰ ਕਾਹਦੇ ਲਈ? ਫॉर ਪ੍ਰੈਗਨੈਂਟ ਵੂਮੈਨ। ਤਾਂ WhatsApp ਨੰਬਰ ਬੇਸਿਕਲੀ ਹੈਲਪਲਾਈਨ ਨੰਬਰ ਹੈ, ਕਿਉਂਕਿ ਹੁਣ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ। ਤਾਂ ਉਹਦੇ ਵਿੱਚ ਕੀ ਹੈ, ਇਹ ਜਿਹੜੀਆਂ ਪ੍ਰੈਗਨੈਂਟ ਵੂਮੈਨਸ ਹੈ ਉਹਨਾਂ ਨੂੰ ਅਗਰ ਕੋਈ ਹੈਲਪ ਦੀ ਨੀਡ ਹੈਗੀ ਹੈ ਤਾਂ ਉਹ ਇਸ WhatsApp ਨੰਬਰ ਦੇ ਉੱਪਰ ਮੈਸੇਜ ਕਰਕੇ ਹੈਲਪ ਲੈ ਸਕਦੀ ਹੈ। ਠੀਕ ਹੈ, ਤਾਂ ਆਹ ਨੰਬਰ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ, ਆਹ ਨੰਬਰ ਹੈ ਜੀ। ਠੀਕ ਹੈ, ਨੈਕਸਟ ਹਾਂਜੀ 10th, ਆਯੁਸ਼ਮਾਨ ਭਾਰਤ ਦਿਵਸ। ਬੇਸਿਕਲੀ ਇੱਕ ਡੇ ਸੈਲੀਬ੍ਰੇਟ ਕੀਤਾ ਗਿਆ April 30 ਨੂੰ। ਇਹ ਆਯੁਸ਼ਮਾਨ ਭਾਰਤ ਦਿਵਸ ਸੈਲੀਬ੍ਰੇਟ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਇਸ ਦਿਨ ਹੀ ਜਿਹੜਾ ਆਪਣਾ ਆਯੁਸ਼ਮਾਨ ਭਾਰਤ ਜਿਹੜੀ ਸਕੀਮ ਲਾਂਚ ਕੀਤੀ ਗਈ ਸੀ, ਜਿਹੜੀ ਆਪਣੀ ਬੇਸਿਕਲੀ ਹੈਲਥ ਦੇ ਨਾਲ ਰਿਲੇਟਿਡ ਹੈ। ਠੀਕ ਹੈ, ਨੈਕਸਟ ਆਪਾਂ ਚੱਲਦੇ ਹਾਂ SCRI। ਇਨ ਸ਼ੋਰਟ ਆਪਾਂ ਨੈਕਸਟ ਕਰੰਟ ਅਫੇਅਰ ਨੂੰ ਦੇਖ ਰਹੇ ਹਾਂ। SCRI ਕਾਫੀ ਇੰਪੋਰਟੈਂਟ ਹੈ ਇਹ SCRI, ਸਪਲਾਈ ਚੇਨ ਰੈਜ਼ੀਲੀਅੰਸ ਇਨੀਸ਼ੀਏਟਿਵ। ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ। ਹੁਣ ਇਹਦੇ ਵਿੱਚ ਕੰਟਰੀਜ਼ ਵੀ ਆਪਾਂ ਯਾਦ ਰੱਖਣੀਆਂ, ਕਿਹੜੀਆਂ ਕੰਟਰੀਜ਼ ਨੇ ਇਹ ਬੇਸਿਕਲੀ ਲਾਂਚ ਕੀਤਾ SCRI ਇਨੀਸ਼ੀਏਟਿਵ। ਤਾਂ ਇਹਦੇ ਵਿੱਚ ਇੰਡੀਆ, ਆਸਟ੍ਰੇਲੀਆ ਐਂਡ ਜਾਪਾਨ। ਜਿਵੇਂ ਕਿ ਤੁਸੀਂ ਪਿੱਛੇ ਨਿਊਜ਼ ਦੇ ਵਿੱਚ ਵੀ ਦੇਖਿਆ ਹੋਣਾ, ਆਪਣਾ ਇੱਕ ਗਰੁੱਪ ਬਣਾਇਆ ਗਿਆ ਸੀ, ਕੁਆਡ ਗਰੁੱਪ। ਬੇਸਿਕਲੀ ਬਣਿਆ ਤਾਂ ਕਾਫੀ ਟਾਈਮ ਤੋਂ ਹੈ, ਹੁਣੇ ਐਕਟਿਵ ਹੈ ਨਾ ਕੁਆਡ ਗਰੁੱਪ। ਤਾਂ ਅਗਰ ਤੁਹਾਨੂੰ ਕੁਆਡ ਗਰੁੱਪ ਬਾਰੇ ਜੋ ਵੀ ਇਨਫੋਰਮੇਸ਼ਨ ਪਤਾ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਆਪਾਂ ਦੇਖਦੇ ਹਾਂ SCRI ਕੀ ਹੈ।
SCRI ਹੁਣੇ 27 ਅਪ੍ਰੈਲ 2021 ਨੂੰ ਲਾਂਚ ਕੀਤਾ ਗਿਆ। ਕਿਹੜੀਆਂ ਕੰਟਰੀਜ਼ ਨੇ ਲਾਂਚ ਕੀਤਾ? ਇੰਡੀਆ, ਆਸਟ੍ਰੇਲੀਆ ਐਂਡ ਜਾਪਾਨ। ਤਾਂ ਇਹ 3 ਕੰਟਰੀਜ਼ ਨੇ ਲਾਂਚ ਕੀਤਾ। ਹੁਣ ਹੈ ਕੀ ਚੀਜ਼? ਬੇਸਿਕਲੀ ਦੇਖੋ, ਚਾਈਨਾ ਕੀ ਆਪਦਾ ਪ੍ਰਭਾਵ ਬਣਾ ਰਿਹਾ ਦੂਸਰੀਆਂ ਕੰਟਰੀਜ਼ ਦੇ ਉੱਪਰ, ਕਿ ਉਹ ਅਲੱਗ-ਅਲੱਗ ਚੀਜ਼ਾਂ ਦੀ ਜਿਹੜੀ ਸਪਲਾਈ ਆ ਉਹ ਹਰ ਇੱਕ ਕੰਟਰੀ ਨੂੰ ਕਰ ਰਿਹਾ। ਇਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਇੰਡੀਆ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਆ, ਜਾਂ ਹੋਰ ਕੰਟਰੀਜ਼ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਆ ਕਿ ਮੰਨ ਲਓ ਚਾਈਨਾ ਦਾ ਦਬਦਬਾ ਆਪਾਂ ਘਟਾਉਣਾ ਪੂਰੇ ਵਿਸ਼ਵ ਦੇ ਵਿੱਚ, ਤਾਂ ਉਹਦੇ ਨਾਲ ਰਿਲੇਟਿਡ ਕੁਛ ਕੁ ਆਪਣੇ ਇਨੀਸ਼ੀਏਟਿਵਸ ਲਏ ਗਏ ਆ, ਜਿਵੇਂ SCRI ਇਹਦੇ ਵਿੱਚੋਂ ਇੱਕ ਹੈ। ਤਾਂ 3 ਕੰਟਰੀਜ਼ ਨੇ ਇਹ ਇਨੀਸ਼ੀਏਟਿਵ ਲਿਆ, ਇੰਡੀਆ, ਆਸਟ੍ਰੇਲੀਆ ਐਂਡ ਜਾਪਾਨ ਨੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਪਾਂ ਨੂੰ ਫੇਸ ਕਰਨੀ ਪਵੇ। ਨੈਕਸਟ ਹੈ 12th। ਹਾਂਜੀ, 12th ਕੀ ਹੈ? IA 2030। IA ਦੀ ਫੁੱਲ ਫਾਰਮ ਕੀ ਹੈ? ਇਹਦੇ ਵਿੱਚ ਹੀ ਦਿੱਤੀ ਗਈ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਮਿਊਨਾਈਜੇਸ਼ਨ ਏਜੰਡਾ। ਹੁਣ ਇਹ ਹੈ ਕੀ ਚੀਜ਼? ਇਮਿਊਨ ਤੁਸੀਂ ਸਿਸਟਮ ਪੜ੍ਹਿਆ ਹੋਣਾ ਹੈ ਨਾ, ਇਮਿਊਨਿਟੀ ਕੀ ਚੀਜ਼ ਹੁੰਦੀ ਹੈ ਆਲਰੇਡੀ ਸਾਰਿਆਂ ਨੂੰ ਪਤਾ ਹੈ। ਦੇਖੋ, ਇਹ ਜਿਹੜਾ ਏਜੰਡਾ ਹੁਣ 3 ਗਰੁੱਪਸ ਨੇ ਮਿਲ ਕੇ ਜਿਹੜਾ ਇਹ ਲਾਂਚ ਕੀਤਾ। ਕਿਹੜੇ 3 ਗਰੁੱਪਸ ਨੇ? WHO, ਗੈਵੀ ਐਂਡ ਯੂਨੀਸੈਫ। ਤਾਂ ਇਹਦੇ ਵਿੱਚ ਤਿੰਨੋਂ ਤੁਸੀਂ ਇੰਸਟੀਟਿਊਸ਼ਨ ਦੇ ਨਾਮ ਯਾਦ ਰੱਖਣੇ ਆ, ਗੈਵੀ, ਯੂਨੀਸੈਫ ਐਂਡ WHO ਨੇ। ਹੁਣ ਇਹ ਹੈ ਕਿ ਇਹਦੇ ਵਿੱਚ ਬੇਸਿਕਲੀ ਵੈਕਸੀਨਸ ਪ੍ਰੋਵਾਈਡ ਕਰਵਾਉਣੀਆਂ, ਵੈਕਸੀਨੇਸ਼ਨ ਕਰਵਾਉਣੀ ਹੈ, ਤਾਂ ਕਿ ਕੋਈ ਵੀ ਪਰਸਨ ਪਿੱਛੇ ਨਾ ਰਹੇ ਜਾਂ ਕੋਈ ਵੀ ਪਰਸਨ ਖਾਲੀ ਨਾ ਰਹੇ, ਵੈਕਸੀਨ ਤੋਂ ਬਿਨਾਂ ਨਾ ਰਹੇ। ਕਿਉਂਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ, ਤਾਂ ਕੋਵਿਡ ਦੇ ਰਿਲੇਟਿਡ ਤਾਂ ਹੈ ਹੀ, ਬਾਕੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਵੀ ਕਿੰਨਾਂ ਨੂੰ? ਇਨਫੈਂਟਸ ਨੂੰ, ਚਿਲਡਰਨ ਨੂੰ, ਐਡੋਲੋਸੈਂਟਸ ਨੂੰ, ਉਹਨਾਂ ਨੂੰ ਬਚਾਉਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਵੈਕਸੀਨਸ ਪ੍ਰੋਵਾਈਡ ਕਰਨੀਆਂ। ਠੀਕ ਹੈ, ਤਾਂ ਇਹਦਾ ਜਿਹੜਾ ਮੇਨ ਮੋਟਿਵ ਹੈ, ਇੱਥੋਂ ਦੇਖ ਵੀ ਸਕਦੇ ਹੋ, ਗਲੋਬਲ ਸਟ੍ਰੈਟੇਜੀ ਟੂ ਲੀਵ ਨੋ ਵਨ ਬਿਹਾਈਂਡ, ਮਤਲਬ ਪਿੱਛੇ ਕੋਈ ਵੀ ਨਹੀਂ ਰਹਿਣਾ ਚਾਹੀਦਾ ਵੈਕਸੀਨ ਤੋਂ ਬਿਨਾਂ। ਹਾਂਜੀ, ਨੈਕਸਟ। ਬਾਕੀ ਡਿਟੇਲ ਤੁਸੀਂ ਇਹਨਾਂ ਦੀ PDF ਫਾਈਲ ਦੇ ਵਿੱਚੋਂ ਬੜੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ। ਠੀਕ ਹੈ ਜੀ। ਨੈਕਸਟ, UK ਨੇ ਹੁਣੇ ਇੱਕ ਨਵੀਂ ਬੇਸਿਕਲੀ ਅਲਾਓਏਸ਼ਨ ਦਿੱਤੀ ਹੈ, ਕਿੰਨਾਂ ਨੂੰ? ਡਰਾਈਵਰਲੈਸ ਕਾਰਜ਼ ਨੂੰ। ਠੀਕ ਹੈ, ਕਿ ਜਿਹੜੀਆਂ ਰੋਡ ਦੇ ਉੱਪਰ ਡਰਾਈਵਰਲੈਸ ਜਿਹੜੀਆਂ ਕਾਰਜ਼ ਇਹ ਚੱਲਣਗੀਆਂ, UK ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ। ਨੈਕਸਟ, ਚਾਈਨਾ ਨੇ ਹੁਣੇ ਸਪੇਸ ਸਟੇਸ਼ਨ ਜਿਹੜਾ ਲਾਂਚ ਕੀਤਾ। ਇਹਦਾ ਨਾਮ ਕੀ ਹੈ? ਚਾਈਨਾ ਦੇ ਸਪੇਸ ਸਟੇਸ਼ਨ ਦਾ ਨਾਮ ਤੁਸੀਂ ਯਾਦ ਰੱਖਣਾ, ਧਿਆਨਹੇ ਸਪੇਸ ਸਟੇਸ਼ਨ ਇਹਨਾਂ ਦਾ ਹੁਣੇ ਨਵਾਂ ਲਾਂਚ ਕੀਤਾ ਗਿਆ। ਇੱਕ ਸਪੇਸ ਸਟੇਸ਼ਨ 5 ਕੰਟਰੀਜ਼ ਨੇ ਮਿਲ ਕੇ ਪਹਿਲਾਂ ਉਹਦਾ ਬਣਾਇਆ ਹੋਇਆ, ਤੁਸੀਂ ਉਹਦੇ ਬਾਰੇ ਸਰਚ ਜ਼ਰੂਰ ਕਰਿਓ, ਇੰਪੋਰਟੈਂਟ ਹੈ। ਨੈਕਸਟ ਚੱਲਦੇ ਹਾਂ ਆਪਾਂ, ਇੰਡੀਆਜ਼ ਫਸਟ 3D ਪ੍ਰਿੰਟਡ ਹਾਊਸ, ਮਤਲਬ ਆਪਣਾ ਜਿਹੜਾ 3D ਪ੍ਰਿੰਟਿੰਗ ਹੁਣ ਮਸ਼ੀਨਸ ਆ ਚੁੱਕੀਆਂ, ਅਤੇ ਪਹਿਲਾਂ ਆਪਾਂ ਉਹਦੇ ਨਾਲ ਜਿਹੜਾ ਪ੍ਰਿੰਟਰ ਦੇ ਨਾਲ ਆਪਾਂ ਘਰ ਵੀ ਬਣਾ ਚੁੱਕੇ ਹਾਂ। ਇਹ ਜਿਹੜਾ ਪ੍ਰਿੰਟਰ ਹੈ, ਮਤਲਬ ਪ੍ਰਿੰਟਡ ਹਾਊਸ ਜਿਹੜਾ ਬਣਾਇਆ ਗਿਆ, ਇਹ ਕਿੰਨਾ ਨੇ ਬਣਾਇਆ? IIT ਮਦਰਾਸ ਨੇ ਜਿਹੜਾ ਕੀ ਹੈ ਪ੍ਰਿੰਟਡ ਹਾਊਸ ਬਣਾਇਆ, ਫਸਟ ਪ੍ਰਿੰਟਡ ਹਾਊਸ ਬਣਿਆ ਆਪਣਾ, ਮਤਲਬ ਪ੍ਰਿੰਟਰ ਦੀ ਹੈਲਪ ਦੇ ਨਾਲ। ਤਾਂ ਹੁਣੇ ਆਪਣੇ ਜਿਹੜੇ ਇਹਦਾ ਜਿਹੜਾ ਉਦਘਾਟਨ ਕੀਤਾ ਗਿਆ ਹਾਊਸ ਦਾ, ਕਿੰਨਾ ਨੇ ਕੀਤਾ? ਆਪਣੀ ਫਾਈਨਾਂਸ ਮਿਨਿਸਟਰ, ਯੂਨੀਅਨ ਫਾਈਨਾਂਸ ਮਿਨਿਸਟਰ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਜਿਹੜਾ ਹੁਣੇ ਇਹਨਾਂ ਦਾ ਉਦਘਾਟਨ ਕੀਤਾ ਹੈ। ਠੀਕ ਹੈ। ਨੈਕਸਟ 16, WHO ਨੇ ਇੱਕ ਲਿਸਟ ਬੇਸਿਕਲੀ ਇੱਕ ਆਪਣੇ ਵੈਕਸੀਨ ਨੂੰ ਐਮਰਜੈਂਸੀ ਦੇ ਲਈ ਬੇਸਿਕਲੀ ਰਿਜ਼ਰਵ ਕੀਤਾ, ਤਾਂ ਆਪਦੀ ਲਿਸਟ ਦੇ ਵਿੱਚ ਇਹਨੂੰ ਇਹਨਾਂ ਨੇ ਸ਼ਾਮਿਲ ਕੀਤਾ ਹੁਣੇ। ਕਿਹੜੇ ਬੇਸਿਕਲੀ ਵੈਕਸੀਨ ਨੂੰ? ਇਹਨੂੰ ਆਪਾਂ ਬੋਲਦੇ ਹਾਂ mRNA। ਕਿਹੜੀ ਕੰਪਨੀ ਨੇ ਬਣਾਇਆ? ਮੋਡਰਨਾ ਦਾ ਇਹ ਵੈਕਸੀਨ ਹੈ, ਅਤੇ ਇਹਨੂੰ ਹੁਣੇ ਆਪਦੀ ਐਮਰਜੈਂਸੀ ਯੂਜ਼ ਦੇ ਲਈ ਆਪਦੀ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤਾਂ ਇਸ ਤੋਂ ਪਹਿਲਾਂ WHO ਦੀ ਲਿਸਟ ਦੇ ਵਿੱਚ 4 ਹੋਰ ਵੈਕਸੀਨ ਵਿੱਚ ਆਲਰੇਡੀ ਐਡਿਡ ਸੀ, ਤਾਂ ਇਹ ਹੁਣ 5ਵਾਂ ਜਿਹੜਾ ਵੈਕਸੀਨ ਹੈ ਇਹਦੇ ਵਿੱਚ ਐਡ ਕੀਤਾ ਗਿਆ। ਠੀਕ ਹੈ, ਐਮਰਜੈਂਸੀ। mRNA ਵੈਕਸੀਨਸ ਕਾਹਦੇ ਲਈ ਯੂਜ਼ ਕੀਤੇ ਜਾਂਦੇ ਆ? ਬੇਸਿਕਲੀ ਇਹ ਮਲਟੀ ਡਿਜ਼ੀਜ਼ਿਸ ਜਿਹੜਾ ਵੈਕਸੀਨ ਹੈ, ਤਾਂ ਕਿੰਨਾ ਦੇ ਲਈ ਆਪਾਂ ਦੇਖ ਲੈਂਦੇ ਹਾਂ, ਜਿਵੇਂ ਰੇਬੀਜ਼ ਹੈ, ਜਿਕਾ ਵਾਇਰਸ ਹੋ ਗਿਆ, ਠੀਕ ਹੈ, ਇਨਫਲੂਐਂਜ਼ਾ ਹੋ ਗਿਆ, ਸਾਈਟੋਮੈਗਾਲੋ ਵਾਇਰਸ ਹੋ ਗਿਆ। ਤਾਂ ਇਹ ਆਪਣੇ ਕੋਲ ਕੁਝ ਕੁ ਡਿਜ਼ੀਜ਼ਿਸ ਹੈਗੀਆਂ ਜਿਨ੍ਹਾਂ ਦੇ ਲਈ mRNA ਵੈਕਸੀਨਸ ਜਿਹੜੇ ਯੂਜ਼ ਕੀਤੇ ਜਾਂਦੇ ਆ। ਨੈਕਸਟ ਆ ਗਿਆ ਆਪਣੇ ਕੋਲ ਹੁਣ ਕੁਝ ਕੁ ਇੰਪੋਰਟੈਂਟ ਸਮਿਟਸ ਐਂਡ ਕਾਨਫਰੰਸਿਸ ਜਿਹੜੀਆਂ ਹੋਈਆਂ, ਤਾਂ ਤੁਸੀਂ ਦੇਖ ਲਓ ਇਹਨਾਂ ਵਿੱਚ ਜਿਹੜੀਆਂ ਫਸਟ ਆਪਾਂ ਦੇਖਦੇ ਹਾਂ, who represented India in the consultation meeting of education ministers of E9 countries। ਤਾਂ E9 ਕੰਟਰੀਜ਼ ਦੀ ਇੱਕ ਹੁਣੇ ਮੀਟਿੰਗ ਹੋਈ ਸੀ, ਤਾਂ ਉਹਦੇ ਵਿੱਚ ਇੰਡੀਆ ਦੇ ਕਿਹੜੇ ਪਰਸਨ ਨੇ ਇਹਨੂੰ ਅਟੈਂਡ ਕੀਤੀ ਹੈ, ਰੀਪ੍ਰਜੈਂਟ ਕੀਤਾ ਇੰਡੀਆ ਨੂੰ? ਤਾਂ ਸੰਜੇ ਧੋਤਰੇ।
ਨੈਕਸਟ ਮਿਨਿਸਟਰੀ ਆਫ ਕੈਮੀਕਲਸ ਐਂਡ ਫਰਟੀਲਾਈਜ਼ਰਸ ਆਰਗੇਨਾਈਜ਼ਡ ਅ ਨੈਸ਼ਨਲ ਡਾਇਲੋਗ ਔਨ ਕੈਮੀਕਲਸ ਮੈਨੂਫੈਕਚਰਿੰਗ ਅਲੋਂਗ ਵਿਦ ਵਿਚ ਆਰਗੇਨਾਈਜੇਸ਼ਨ। ਤਾਂ ਆਪਣੀ ਜਿਹੜੀ ਮਿਨਿਸਟਰੀ ਹੈ ਕੈਮੀਕਲ ਐਂਡ ਫਰਟੀਲਾਈਜ਼ਰਸ, ਤਾਂ ਇਹਨਾਂ ਨੇ ਇੱਕ ਨੈਸ਼ਨਲ ਡਾਇਲੋਗ ਮਤਲਬ ਇੱਕ ਮੀਟਿੰਗ ਕੀਤੀ ਸੀ ਮੈਨੂਫੈਕਚਰਿੰਗ ਦੇ ਉੱਪਰ, ਕੈਮੀਕਲਸ ਮੈਨੂਫੈਕਚਰਿੰਗ ਦੇ ਉੱਪਰ। ਤਾਂ ਕਿਹੜੀ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ? UNIDO। ਤੁਸੀਂ UNIDO ਦੀ ਫੁੱਲ ਫਾਰਮ ਤੇ UNIDO ਦਾ ਹੈੱਡਕੁਆਟਰ ਕਿੱਥੇ ਹੈ ਤੁਸੀਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਇਹਦਾ ਆਨਸਰ। ਨੈਕਸਟ ਆਪਾਂ ਚੱਲਦੇ ਹਾਂ। ਵਿਚ ਕੰਟਰੀ ਹੈਜ਼ ਹੋਸਟਿਡ ਦਾ ਮੀਟਿੰਗ ਆਫ ਬ੍ਰਿਕਸ ਫਾਈਨਾਂਸ ਮਿਨਿਸਟਰਸ ਐਂਡ ਸੈਂਟਰਲ ਬੈਂਕ ਗਵਰਨਰਸ ਟੂ 2021। ਕਾਫੀ ਇੰਪੋਰਟੈਂਟ ਹੈ ਇਹ। ਹੁਣੇ ਜਿਹੜੀ ਮੀਟਿੰਗ ਹੋਈ ਆ ਆਪਣੀ ਬ੍ਰਿਕਸ ਦੀ ਫਾਈਨਾਂਸ ਮਿਨਿਸਟਰਸ ਦੀ ਤੇ ਸੈਂਟਰਲ ਬੈਂਕ ਗਵਰਨਰ, ਸਾਰੇ ਦੇਸ਼ਾਂ ਦੇ ਜਿਹੜੇ ਸੈਂਟਰਲ ਬੈਂਕ ਹੈਗੇ ਉਹਨਾਂ ਦੇ ਗਵਰਨਰਸ ਨੇ ਮਿਲ ਕੇ ਇੱਕ ਮੀਟਿੰਗ ਹੋਈ ਆ ਹੁਣੇ। ਤਾਂ ਕਿਹੜੀ ਕੰਟਰੀ ਨੇ ਹੋਸਟ ਕੀਤੀ ਹੈ? ਇੰਡੀਆ ਨੇ ਹੀ ਹੋਸਟ ਕੀਤੀ ਹੈ। ਨੈਕਸਟ ਰਾਈਜ਼ਨਾ ਡਾਇਲੋਗ ਫਲੈਗਸ਼ਿਪ ਕਾਨਫਰੰਸ ਆਰਗੇਨਾਈਜ਼ਡ ਬਾਈ ਵਿਚ ਕੰਟਰੀ? ਇਹ ਵੀ ਇੰਡੀਆ ਦੇ ਵਿੱਚ ਹੋਈ ਹੈ। ਵਿਚ ਇੰਸਟੀਟਿਊਸ਼ਨ ਇਜ਼ ਸੈਟ ਟੂ ਕੰਡਕਟ ਫਸਟ ਐਵਰ ਇੰਟਰਨੈਸ਼ਨਲ ਫੂਡ ਸਿਸਟਮ ਸਮਿਟ? ਤਾਂ ਹੁਣੇ ਆਪਣੀ ਇੱਕ ਇੰਟਰਨੈਸ਼ਨਲ ਫੂਡ ਸਿਸਟਮ ਸਮਿਟ ਹੋਈ ਹੈ। ਤਾਂ ਕਿਹੜੇ ਇੰਸਟੀਟਿਊਸ਼ਨ ਨੇ ਕੰਡਕਟ ਕੀਤੀ ਹੈ? ਯੂਨਾਈਟਿਡ ਨੇਸ਼ਨਸ। ਵਿਚ ਆਰਗੇਨਾਈਜੇਸ਼ਨ ਹੋਸਟਿਡ ਦਾ ਬ੍ਰਿਕਸ ਸੈਮੀਨਾਰ ਔਨ ਮਿਸਯੂਜ਼ ਆਫ ਇੰਟਰਨੈਟ ਬਾਈ ਟੈਰਰਿਸਟ? ਮਤਲਬ ਟੈਰਰਿਸਟ ਜਿਹੜੇ ਇੰਟਰਨੈਟ ਦਾ ਯੂਜ਼ ਕਰ ਰਹੇ ਹੈ। ਤਾਂ ਕਿਹੜੀ ਆਰਗੇਨਾਈਜੇਸ਼ਨ ਨੇ ਇੱਕ ਸੈਮੀਨਾਰ ਕੰਡਕਟ ਕੀਤਾ ਸੀ ਇਸ ਟੌਪਿਕ ਦੇ ਉੱਪਰ? NIA। NIA ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ। ਠੀਕ ਹੈ ਜੀ। ਨੈਕਸਟ ਹਾਂਜੀ, ਅੰਡਰ ਦਾ ਏਜਿਸ ਆਫ ਵਿਚ ਮਿਨਿਸਟਰੀ ਦਾ ਹਾਈਡਰੋਜਨ ਇਕੋਨਮੀ ਦਾ ਇੰਡੀਅਨ ਡਾਇਲੋਗ 2021 ਇਜ਼ ਆਰਗੇਨਾਈਜ਼ਡ? ਤਾਂ ਹਾਈਡਰੋਜਨ ਇਕੋਨਮੀ ਬੇਸਿਕਲੀ ਫਿਊਲ ਦੀ ਗੱਲ ਹੋ ਰਹੀ ਹੈ। ਤਾਂ ਫਿਊਲ ਆਪਣੀ ਕਿਹੜੀ ਮਿਨਿਸਟਰੀ ਦੇ ਕੋਲ ਹੈ? ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ। ਨੈਕਸਟ ਥੀਮ ਕੀ ਸੀ? ਵਟ ਇਜ਼ ਦਾ ਥੀਮ ਆਫ ਇੰਡੀਅਨ ਏਅਰ ਫੋਰਸ ਕਮਾਂਡਰਸ ਕਾਨਫਰੰਸ 2021 ਦੈਟ ਕਨਕਲੂਡਿਡ ਰੀਸੈਂਟਲੀ? ਤਾਂ ਇਹਦਾ ਥੀਮ ਆਪਾਂ ਦੱਸਣਾ ਕਿਹੜਾ ਸੀ? ਇੰਡੀਅਨ ਏਅਰ ਫੋਰਸ ਕਮਾਂਡਰ ਕਾਨਫਰੰਸ ਹੋਈ ਹੈ ਜਿਹੜੀ, ਰੀਓਰੀਐਂਟਿੰਗ ਫੋਰ ਦਾ ਫਿਊਚਰ। ਇਹ ਜਿਹੜੇ ਵਨ ਲਾਈਨਰਸ ਦਾ ਜਿਹੜੇ ਆਪਾਂ ਬਿਲਕੁਲ ਡਾਇਰੈਕਟ ਫਾਰਵਰਡ ਯਾਦ ਰੱਖਣੇ ਆ। ਇੰਡੀਆ ਲਾਂਚਡ ਅ ਕਲਾਈਮੇਟ ਐਂਡ ਕਲੀਨ ਐਨਰਜੀ ਏਜੰਡਾ 2030 ਪਾਰਟਨਰਸ਼ਿਪ? ਤਾਂ ਇੰਡੀਆ ਨੇ ਹੁਣੇ ਲਾਂਚ ਕੀਤਾ ਆਪਣੇ ਪਾਰਟਨਰਸ਼ਿਪ ਏਜੰਡਾ ਕਲਾਈਮੇਟ ਐਂਡ ਕਲੀਨ ਐਨਰਜੀ। ਤਾਂ ਕਿਹੜੇ ਦੇਸ਼ ਦੇ ਨਾਲ? USA ਦੇ ਨਾਲ। USA ਦੇ ਵਿੱਚ ਹੁਣੇ ਨਵੀਂ ਗੌਰਮੈਂਟ ਬਣੀ ਹੈ, ਸਾਰਿਆਂ ਨੂੰ ਪਤਾ ਹੋਏਗਾ। ਠੀਕ ਹੈ। ਨੈਕਸਟ ਨੀਤੀ calls for electric vehicle purchase subsidy in addition to FAME 2 subsidy? ਦੇਖੋ ਆਪਾਂ ਜਦੋਂ ਕੋਈ ਵੀ ਇਲੈਕਟ੍ਰਿਕ ਵਹੀਕਲ ਅੱਜ ਦੀ ਘੜੀ ਜੋ ਖਰੀਦ ਰਹੇ ਹਾਂ, ਅੱਜ ਦੇ ਟਾਈਮ 'ਚ ਜਿਹੜੇ ਵੀ ਖਰੀਦ ਰਹੇ ਹਾਂ, ਤਾਂ ਇੱਕ FAME 2 ਨਾਮ ਦੀ ਸਕੀਮ ਹੈ। ਤਾਂ ਨੀਤੀ ਆਯੋਗ ਨੇ ਬੇਸਿਕਲੀ ਹੁਣੇ ਉਹਦੇ ਉੱਪਰ ਸਬਸਿਡੀ ਦੇਣ ਦਾ ਜਿਹੜਾ ਹੁਣੇ ਕਿਹਾ ਕਿ ਅਸੀਂ ਸਬਸਿਡੀ ਦੇਵਾਂਗੇ। FAME 2 ਦੇ ਵਿੱਚ ਜਿਹੜੀ ਸਬਸਿਡੀ ਮਿਲ ਰਹੀ ਹੈ ਨਾਲ ਨੀਤੀ ਆਯੋਗ ਵੀ ਇੱਕ ਸਬਸਿਡੀ ਨਾਲ ਦੇ ਰਹੀ ਹੈ। ਨੈਕਸਟ 19 ਸੋਮਾਨਾਥਨ ਆਪਣੇ ਨਵੇਂ ਫਾਈਨਾਂਸ ਸੈਕਟਰੀ ਬਣੇ ਹੈ। ਠੀਕ ਹੈ ਜੀ। ਤਾਂ ਐਕਸਪੈਂਡੀਚਰ ਸੈਕਟਰੀ TV ਸੋਮਾਨਾਥਨ, ਪੂਰਾ ਇਹਨਾਂ ਦਾ ਨਾਮ TV ਸੋਮਾਨਾਥਨ। ਹੁਣੇ ਪਹਿਲਾਂ ਕਿਹੜੇ ਸੀ? ਇਹ ਐਕਸਪੈਂਡੀਚਰ ਸੈਕਟਰੀ ਸੀ TV ਸੋਮਾਨਾਥਨ। ਹੁਣੇ ਇਹਨਾਂ ਨੂੰ ਫਾਈਨਾਂਸ ਸੈਕਟਰੀ ਬਣਾਇਆ ਗਿਆ। ਕੌਣ ਬਣਾਉਂਦਾ? ਬੇਸਿਕਲੀ ਅਪੋਇੰਟਮੈਂਟ ਕਮੇਟੀ ਆਪਣੀ ਕੈਬਨਿਟ ਦੇ ਵਿੱਚ ਬੈਠਦੀ ਹੈ, ਤਾਂ ਉਹ ਮਿਲ ਕੇ ਆਪਣਾ ਫਾਈਨਾਂਸ ਸੈਕਟਰੀ ਬਣਾਉਂਦੀ ਹੈ। ਫਾਈਨਾਂਸ ਸੈਕਟਰੀ ਦੀ ਇੱਕ ਅਲੱਗ ਵੀਡੀਓ ਤੁਹਾਨੂੰ ਮਿਲੇਗੀ। ਠੀਕ ਹੈ ਜੀ। ਉਹਦੇ ਵਿੱਚ ਆਪਾਂ ਫਾਈਨਾਂਸ ਸੈਕਟਰੀ ਬਾਰੇ ਆਪਾਂ ਕੰਪਲੀਟ ਡਿਸਕਸ਼ਨ ਕਰਾਂਗੇ। ਨੈਕਸਟ 20 ਹੁਣ ਅਗਲੇ ਜਿਹੜੇ ਕਰੰਟ ਅਫੇਅਰਸ ਦਾ ਵਨ ਲਾਈਨਰਸ ਬੇਸਿਕਲੀ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਰਿਲੇਟਿਡ ਹੈ। ਤਾਂ ਫਸਟ ਦੇਖਦੇ ਹਾਂ ਆਪਣੇ ਕੋਲ 2 ਸੋਫਟਵੇਅਰ ਲਾਂਚ ਕੀਤੇ ਗਏ ਆਪਣੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੁਆਰਾ। ਸੋਫਟਵੇਅਰ ਦੇ ਨਾਮ ਕੀ ਹੈ? ਕੈਕਟਸ ਐਂਡ ਸਿਸਕੋ। ਤਾਂ ਕਿਹੜੀ ਫੀਲਡ ਦੇ ਨਾਲ ਰਿਲੇਟਿਡ ਹੈ? ਸੋਲਰ ਮਿਸ਼ਨ ਦੇ ਨਾਲ ਰਿਲੇਟਿਡ ਹੈ। ਦੇਖੋ ਇਨਵਾਇਰਮੈਂਟ ਪਰਸਪੈਕਟਿਵ ਦੇ ਵਿਊ ਵਿੱਚ ਆਪਾਂ ਗੱਲ ਕਰੀਏ ਤਾਂ ਸੋਲਰ ਐਨਰਜੀ ਕਾਫੀ ਕਰੰਟਲੀ ਨਿਊਜ਼ ਦੇ ਵਿੱਚ ਹੈ। ਤਾਂ ਸੋਲਰ ਮਿਸ਼ਨ ਦੇ ਨਾਲ ਰਿਲੇਟਿਡ 2 ਸੋਫਟਵੇਅਰ ਵੀ ਲਾਂਚ ਕੀਤੇ ਗਏ ਆ, ਕੈਕਟਸ ਐਂਡ ਸਿਸਕੋ। ਨੈਕਸਟ ਵਿਚ ਟੈਲੀਸਕੋਪ ਕੈਪਚਰਡ ਦਾ M87 ਬਲੈਕ ਹੋਲ? ਦੇਖੋ ਇੱਕ ਬਲੈਕ ਹੋਲ ਦਾ ਨਾਮ M87 ਹੈ। ਤਾਂ ਕਿਹੜੇ ਇਹ ਟੈਲੀਸਕੋਪ ਨੇ ਜਿਹੜਾ ਕੀ ਹੈ ਬੇਸਿਕਲੀ ਇਹਨੂੰ ਕੈਪਚਰ ਕੀਤਾ? ਹੁਣੇ ਇਵੈਂਟ ਹੋਰਾਈਜ਼ਨ ਟੈਲੀਸਕੋਪ। ਨੈਕਸਟ ਰਿਸਰਚਰਸ ਆਫ ਵਿਚ ਇੰਡੀਅਨ ਇੰਸਟੀਟਿਊਸ਼ਨ ਹੈਵ ਡਿਵੈਲਪਡ ਟੱਚ ਸੈਂਸਿਟਿਵ ਟੈਕਟਾਈਲ ਹੈਪਟਿਕ ਵਾਚ ਫॉर ਅਸਿਸਟਿੰਗ ਵਿਜ਼ੂਅਲੀ ਇੰਪੇਅਰਡ ਪੀਪਲ? ਮਤਲਬ ਜਿਹੜੇ ਵਿਜ਼ੂਅਲੀ ਇੰਪੇਅਰਡ ਪਰਸਨਸ ਆ ਉਹਨਾਂ ਦੇ ਲਈ ਇੱਕ ਵਾਚ ਡਿਵੈਲਪ ਕੀਤੀ ਗਈ ਹੈ ਜਿਹੜੀ ਟੱਚ ਸੈਂਸਿਟਿਵ ਹੋਏਗੀ। ਠੀਕ ਹੈ ਜੀ। ਤਾਂ ਕਿਹੜੇ ਬੇਸਿਕਲੀ ਕਿਹਨਾਂ ਨੇ ਬਣਾਈ ਹੈ? ਇਹ IIT ਕਾਨਪੁਰ ਨੇ ਬਣਾਈ ਹੈ।
ਵਟ ਇਜ਼ ਇੰਜੈਨਿਟੀ, ਮੋਸਟ ਇੰਪੋਰਟੈਂਟ ਕੁਐਸਚਨ। ਇੰਜੈਨਿਟੀ ਕੀ ਹੈ ਜਿਹੜਾ ਹੁਣੇ ਨਿਊਜ਼ ਦੇ ਵਿੱਚ ਸੀ। ਨਾਸਾ ਨੇ ਮਾਰਸ ਮਿਸ਼ਨ ਭੇਜਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾਸਾ ਨੇ ਆਪਦਾ ਮਾਰਸ ਮਿਸ਼ਨ ਭੇਜਿਆ, ਉਹਨੇ ਆਪਦੀਆਂ ਉੱਥੋਂ ਜਿਹੜੀਆਂ ਮਾਰਸ ਦੇ ਉੱਪਰ ਪਿਕਚਰਸ ਵੀ ਆਪਾਂ ਨੂੰ ਭੇਜੀਆਂ ਹੁਣੇ ਬਾਕੀ ਦੀਆਂ। ਅੱਛਾ, ਤੁਹਾਨੂੰ ਪਤਾ ਹੋਏਗਾ ਕਿ ਨਾਸਾ ਨੇ ਆਪਦਾ ਮਾਰਸ ਮਿਸ਼ਨ ਭੇਜਿਆ ਹੁਣੇ। ਇਸ ਮਿਸ਼ਨ ਦਾ ਨਾਮ ਕੀ ਹੈ, ਤੁਸੀਂ ਸਾਰਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਕਾਫੀ ਇੰਪੋਰਟੈਂਟ ਹੈ ਇਹ, ਇਹਦੀ ਜਿਹੜੀ ਐਕਸਪੈਕਟੇਸ਼ਨਸ ਹੈਗੀਆਂ ਪੰਜਾਬ ਦੇ ਪੇਪਰ ਦੇ ਵਿੱਚ ਕੁਐਸਚਨ ਆਉਣ ਦੀਆਂ। ਤਾਂ ਇਹਦੇ ਵਿੱਚ ਇੱਕ ਜਿਹੜਾ ਹੈਲੀਕਾਪਟਰ ਭੇਜਿਆ ਗਿਆ ਸੀ ਜਿਹਦਾ ਨਾਮ ਕੀ ਸੀ, ਇੰਜੈਨਿਟੀ। ਆਪਾਂ ਦੇਖ ਰਹੇ ਹਾਂ ਤਾਂ ਨਾਸਾ ਨੇ ਆਪਦਾ ਜਿਹੜਾ ਮਾਰਸ ਮਿਸ਼ਨ ਜਿਹੜਾ ਭੇਜਿਆ ਸੀ ਉਹਦੇ ਵਿੱਚ ਜਿਹੜਾ ਹੈਲੀਕਾਪਟਰ ਜਿਹੜਾ ਭੇਜਿਆ ਸੀ ਉਹਦਾ ਨਾਮ ਕੀ ਹੈ, ਇੰਜੈਨਿਟੀ। ਠੀਕ ਹੈ, ਇਹਨੇ ਜਿਹੜੀਆਂ ਪਿਕਚਰਸ ਵੀ ਆਪਾਂ ਨੂੰ ਵਾਪਿਸ ਭੇਜੀਆਂ। ਨੈਕਸਟ, which cryptocurrency exchange has launched NFT non-fungible tokens marketplace for Indian artists and creators? Wajid X। ठीक है, next, Xenobots which were seen in the news, ਹੁਣੇ ਆਪਾਂ ਨੂੰ ਨਿਊਜ਼ ਦੇ ਵਿੱਚ ਮਿਲੇ ਸੀ। ਰੋਬੋਟਸ ਹੈਗੇ ਆ, ਡਿਵੈਲਪਡ ਫਰੋਮ ਦਾ ਸਟੈਮ ਸੈਲਸ ਆਫ ਵਿਚ ਆਰਗੈਨਿਜ਼ਮ, ਮਤਲਬ ਇਹ ਜਿਹੜੇ ਰੋਬੋਟਸ ਹੈ ਤਾਂ ਇਹਨਾਂ ਨੂੰ ਕਿੱਥੋਂ ਬਣਾਇਆ ਗਿਆ, ਤਾਂ ਫਰੋਗ ਤੋਂ ਬਣਾਇਆ ਗਿਆ। ਠੀਕ ਹੈ, ਆਰਗੈਨਿਜ਼ਮ ਮਤਲਬ ਫਰੋਗ ਦੀ यूज़ करके xenobots बनाए गए हैं। नेक्स्ट, मैसिव डाटा लीक हैज़ बीन विटनेस्ड बाय विच सोशल नैटवर्किंग जायंट रिसेंटली, फेसबुक का जोड़ा डाटा काफ़ी जोड़ा लीक होया है। नेक्स्ट, वट इज़ द थीम ऑफ एक्सट्रीमली ल्यूमिनस कोज ऑफ what is the name of extremely luminous cause of distant galaxies that are powered by supermassive black holes? ਤਾਂ ਉਹਨਾਂ ਦਾ ਨਾਮ ਦੱਸਣਾ ਹੁਣੇ ਜਿਹੜੀਆਂ ਐਕਸਟ੍ਰੀਮਲੀ ਲਿਊਮੀਨਸ ਕੋਜ਼ ਜਿਹੜੇ ਆਪਾਂ ਨੂੰ ਦਿਖਾਈ ਦਿੱਤੇ ਆ ਪਾਵਰਡ ਬਾਏ ਸੁਪਰਮੈਸਿਵ ਬਲੈਕ ਹੋਲਸ ਦੁਆਰਾ, ਕੁਆਜ਼ਰਸ ਨਾਮ ਉਹਨਾਂ ਦਾ ਕੀ ਹੈ, ਕੁਆਜ਼ਰਸ। ਵਟ ਇਜ਼ ਦਾ ਨੇਮ ਫੋਰ ਦਾ ਐਕਸਪੈਰੀਮੈਂਟ ਇਨ ਵਿਚ ਸਾਇੰਟਿਸਟ ਫਰੋਮ ਸਿੰਗਾਪੁਰ ਅਟੈਚ ਇਲੈਕਟ੍ਰੋਡਸ ਟੂ ਏ ਵੀਨਸ ਫਲਾਈਟ੍ਰੈਪ ਪਲਾਂਟ, ਤਾਂ ਐਕਸਪੈਰੀਮੈਂਟ ਦਾ ਨਾਮ ਕੀ ਹੈ, ਰੋਬੋ ਪਲਾਂਟ ਐਕਸਪੈਰੀਮੈਂਟ। ਵਿਦ ਰੈਫਰੈਂਸ ਟੂ ਐਸਟਰੋਨੋਮੀ, ਵਟ ਇਜ਼ ਦਾ ਓਸਿਰਿਸ ਦੈਟ ਵਾਰ ਸੀਨ ਇਨ ਦਾ ਨਿਊਜ਼ ਰੀਸੈਂਟਲੀ, ਤਾਂ ਇੱਕ ਐਕਸੋ ਪਲੈਨਟ ਹੈ ਓਸਿਰਿਸ, ਤਾਂ ਜਿਹੜਾ ਆਪਾਂ ਨੂੰ ਹੁਣੇ ਨਿਊਜ਼ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਦੇਖੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਆਪਣੇ PPSC ਡਿਪਾਰਟਮੈਂਟ ਕਾਫੀ ਪਾਉਂਦਾ, ਤਾਂ ਤੁਸੀਂ ਇਹਨਾਂ ਨੂੰ ਧਿਆਨ ਰੱਖਣਾ ਹੈ। ਠੀਕ ਹੈ ਜੀ, ਥੈਂਕ ਯੂ। ਇਹ ਕੁਝ ਜਿਹੜੇ ਇੰਪੋਰਟੈਂਟ ਅਪ੍ਰੈਲ ਦੇ ਕਰੰਟ ਅਫੇਅਰਸ ਸੀ, ਇਹ ਪਾਰਟ 1 ਸੀ ਵੀਡੀਓ ਦਾ। ਇਸੇ ਤਰ੍ਹਾਂ ਅਪ੍ਰੈਲ ਦੇ ਮੰਥ ਦੇ ਪਾਰਟ 2 ਵਾਲੇ ਵੀ ਆਪਾਂ ਡਿਸਕਸ ਕਰਾਂਗੇ, ਤਾਂ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ, ਨੋਟ ਡਾਊਨ ਕਰੋ, PDFs ਲਓ, ਉਹਨਾਂ ਦੇ ਪ੍ਰਿੰਟ ਆਊਟ ਲੈਣਾ ਤਾਂ ਪ੍ਰਿੰਟ ਆਊਟ ਲੈ ਸਕਦੇ ਹੋ। ਇਹਦੇ ਨਾਲ ਰਿਲੇਟਿਡ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਹੋਰ ਮਿਲਦੀ ਹੈ ਤਾਂ ਉਹਦੇ ਨਾਲ ਨੋਟ ਡਾਊਨ ਕਰਦੇ ਜਾਓ। ਥੈਂਕ ਯੂ ਆਲ ਆਫ ਯੂ।